ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲ ਪ੍ਰਦੀਪ ਸਿੰਘ ਵਿਰਕ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਸੁਮੇਧ ਸਿੰਘ ਸੈਣੀ ਦਾ ਮਸਲਾ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਆਇਆ। ਹਾਲਾਂਕਿ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਸੁਮੇਧ ਸੈਣੀ ਦੇ ਨਾਲ ਜੁੜੀਆਂ ਕਈ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ, ਪਰ ਹੁਣ ਜਦੋਂ ਸੈਣੀ ਦੇ ਘਰ ਛਾਪੇਮਾਰੀ ਹੋਈ ਤੇ ਸੈਣੀ ਫਿਰ ਤੋਂ ਹੱਥੇ ਨਹੀਂ ਚੜਿਆ ਤਾਂ ਸਵਾਲ ਬੜੇ ਤਰ੍ਹਾਂ ਦੇ ਉੱਠਦੇ ਨੇ ਕਿ ਆਖਿਰਕਾਰ ਜਦੋਂ ਅਸੀਂ ਕਾਨੂੰਨ ਦੀ ਗੱਲ ਕਰਦੇ ਆ, ਲੋਕ ਪੁੱਛਦੇ ਨੇ ਕਿ ਕਦੋਂ ਤੱਕ ਇੱਕ ਮੁਲਜ਼ਮ ਜਿਹੜਾ ਸਾਰੇ ਸਬੂਤ ਹੋਣ ਦੇ ਬਾਵਜੂਦ ਵੀ ਉਹ ਕਟਹਿਰੇ ਦੇ ਵਿੱਚ ਦੋਸ਼ੀ ਬਣ ਕੇ ਜਾਂ ਸਜ਼ਾ ਉਹਨੂੰ ਨਹੀਂ ਹੁੰਦੀ। ਕਾਰਨ ਕੀ ਹੈ? ਇਹਦੇ ਵਿੱਚ ਲੋਕ ਕਈ ਵਾਰੀ ਨਿਆਂ ਪ੍ਰਣਾਲੀ ਤੇ ਵੀ ਸਵਾਲ ਚੁੱਕਦੇ ਨੇ। ਕਈ ਵਾਰੀ ਏਦਾਂ ਵੀ ਹੁੰਦਾ ਕਿ ਲੋਕ ਵਕੀਲਾਂ ਤੇ ਸਵਾਲ ਚੁੱਕਣ ਲੱਗ ਜਾਂਦੇ ਨੇ ਕਿ ਉਹਨਾਂ ਨੇ ਸਾਡਾ ਕੇਸ ਸਹੀ ਢੰਗ ਨਾਲ ਨਹੀਂ ਰੱਖਿਆ। ਜਿਵੇਂ ਕਿ ਆਪਾਂ ਪਿੱਛੇ ਕੁਝ ਕੇਸਾਂ ਦੇ ਵਿੱਚ ਸਾਹਮਣੇ ਆਇਆ, ਉਹਦੇ ਉੱਤੇ ਇਸ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਾਰਨ ਕੀ ਆ। ਵਿਰਕ ਸਾਹਿਬ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਵਿਰਕ ਸਾਹਿਬ, ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਸਮਾਂ ਦਿੱਤਾ। ਤੇ ਅਸੀਂ ਗੱਲਬਾਤ ਮੈਂ ਸ਼ੁਰੂ ਕਰਦਾ ਸਵਾਲ ਕਿ ਸੁਮੇਧ ਸੈਣੀ, ਜਦੋਂ ਵੀ ਸੁਮੇਧ ਸੈਣੀ ਨਾਲ ਜੁੜੀ ਜਿਹੜੇ ਸਾਬਕਾ ਡੀਜੀਪੀ ਨੇ ਪੰਜਾਬ ਦੇ, ਜਿਨ੍ਹਾਂ ਤੇ ਨੌਜਵਾਨੀ ਦਾ ਘਾਣ ਕਰਨ ਦੇ ਇਲਜ਼ਾਮ ਲੱਗਦੇ ਨੇ, ਹਰ ਵਾਰੀ ਅਦਾਲਤ ਦੇ ਵਿੱਚ ਜਦੋਂ ਵੀ ਕੋਈ ਨਾ ਕੋਈ ਜਾਂ ਪੁਲਿਸ ਤੱਕ ਪਹੁੰਚ ਹੁੰਦੀ ਹੈ, ਪੁਲਿਸ ਸੁਮੇਧ ਸੈਣੀ ਤੱਕ ਜਾਂਦੀ ਹੈ, ਇਹੀ ਖਬਰ ਸਾਹਮਣੇ ਆਉਂਦੀ ਹੈ ਕਿ ਸੁਮੇਧ ਸੈਣੀ ਫਰਾਰ ਹੋ ਗਿਆ, ਸੁਮੇਧ ਸੈਣੀ ਪੁਲਿਸ ਦੇ ਹੱਥ ਨਹੀਂ ਲੱਗਿਆ। ਇਹਦੇ ਵਿੱਚ ਕੀ ਕਾਰਨ ਮੰਨਦੇ ਹੋ ਤੁਸੀਂ? ਤੁਹਾਡਾ ਕੀ ਕਹਿਣਾ? ਦੇਖੋ, ਇਹਦੇ ਦੋ ਪਹਿਲੂ। ਮੈਂ ਇੱਕ ਜ਼ਿੰਦਗੀ ਦੇ ਵਿੱਚ ਐਟੀਟਿਊਡ ਹੁੰਦਾ ਹੈ ਬੰਦੇ ਦਾ। ਮੇਰਾ ਆ ਹੈ ਕਿ ਜੋ ਨਹੀਂ ਮਿਲਿਆ ਉਸ ਤੋਂ ਪਹਿਲਾਂ ਆ ਸੋਚੋ ਕਿ ਕੀ ਹਾਸਿਲ ਕਰ ਲਿਆ ਮੁਕਾਮ। ਕਿੱਥੇ ਸੈਣੀ ਦੇ ਖਿਲਾਫ ਕੁਝ ਵੀ ਸ਼ੁਰੂ ਨਹੀਂ ਹੋ ਰਿਹਾ ਸੀ, ਚੀਜ਼ਾਂ ਸ਼ੁਰੂ ਤਾਂ ਹੋ ਗਈਆਂ। ਹੁਣ ਜੇ ਉਹ ਅਰੈਸਟ ਨਹੀਂ ਕਰ ਪਾ ਰਹੇ ਜਾਂ ਪੁਲਿਸ ਵੱਲੋਂ ਕੋਈ ਲੈਪਸ ਰਹਿ ਰਿਹਾ ਹੈ, ਉਹ ਚੀਜ਼ ਦਾ ਜਵਾਬ ਤਾਂ ਪੁਲਿਸ ਦੇ ਸਕਦੀ ਹੈ ਕਿ ਸੈਣੀ ਨੂੰ ਕਿੱਥੋਂ ਪਤਾ ਲੱਗ ਰਿਹਾ ਕਿ ਉਹਦੇ ਰੇਡ ਪੈਣ ਜਾ ਰਹੀ ਹੈ ਜਾਂ ਉਹਦੇ ਕੀ ਹੋ ਰਿਹਾ ਹੈ, ਉਹ ਕਿਉਂ ਭੱਜ ਰਿਹਾ, ਕਿਵੇਂ ਭੱਜ ਰਿਹਾ, ਸਿਕਿਉਰਿਟੀ ਵਾਲਿਆਂ ਨੂੰ ਕੀ ਨਹੀਂ ਪਤਾ। ਕਿਉਂਕਿ ਨਾ ਮੈਂ ਸਿਕਿਉਰਿਟੀ ਦੇਣ ਦੇ ਵਿੱਚ ਕੋਈ ਮੇਰਾ ਰੋਲ ਹੈ, ਨਾ ਉਹਦੇ ਫੋਲੋ ਅਪ 'ਚ ਕਿਸੇ ਤਰ੍ਹਾਂ ਮੇਰਾ ਰੋਲ ਹੈ। ਉਹ ਪ੍ਰੋਸੀਕਿਊਟਿੰਗ ਏਜੰਸੀ ਜਵਾਬ ਦੇ ਸਕਦੀ ਹੈ। ਮੈਂ ਤਾਂ ਇਹ ਦੱਸ ਸਕਦਾ ਉਹਦੇ ਖਿਲਾਫ ਕਿਹੜੇ ਕੇਸ ਦੇ ਵਿੱਚ ਕੀ ਚੀਜ਼ ਹੈ, ਔਰ ਜੇ ਪ੍ਰੋਸੀਕਿਊਸ਼ਨ ਵੱਲੋਂ ਕੋਈ ਕਮੀ ਰਹੀ ਹੈ ਤੇ ਐਜ਼ ਅ ਲਾਇਰ ਮੈਂ ਉਹਨੂੰ ਕਿਸ ਤਰ੍ਹਾਂ ਪੂਰਾ ਕੀਤਾ। ਉਹ ਭੱਜੇ ਜਾਂ ਨਾ ਭੱਜੇ, ਅਰੈਸਟ ਹੋ ਜਾਏ ਬਹੁਤ ਵਧੀਆ ਗੱਲ ਹੈ। ਜੇ ਉਹ ਭੱਜ ਗਿਆ, ਉਹਦੇ ਨਾਲ ਇਹ ਹੋ ਗਿਆ ਉਹਦੇ ਹੋਰ ਚਿੱਠੇ ਖੁੱਲ ਗਏ। ਹੁਣ ਜੇ ਆਪਾਂ ਕਹੀਏ ਇੱਕ ਮੁਲਤਾਨੀ ਕੇਸ ਸੀ ਉਸ ਵੇਲੇ, ਉਸ ਤੋਂ ਪਹਿਲਾਂ ਸਿਰਫ ਇੱਕ ਦਿੱਲੀ ਵਾਲਾ ਕੇਸ ਸੀ, ਫਿਰ ਮੁਲਤਾਨੀ ਕੇਸ ਆਇਆ, ਫਿਰ ਕੋਟਕਪੂਰਾ ਦਾ ਆਇਆ, ਬਰਗਾੜੀ ਵਾਲਾ ਆਇਆ ਕੇਸ, ਹੁਣ ਆ ਨਿਮਰਤ ਵਾਲਾ ਕੇਸ ਆ ਗਿਆ, ਡਿਸਪ੍ਰੋਪੋਰਸ਼ਨੇਟ ਐਸੈਟਸ ਦਾ ਕੇਸ ਆ ਗਿਆ। ਤੋ ਚੀਜ਼ਾਂ ਤਾਂ ਸੈਣੀ ਦੇ ਖਿਲਾਫ ਖੁੱਲਣੀਆਂ ਸ਼ੁਰੂ ਹੋ ਗਈਆਂ ਨਾ। ਹੁਣ ਜੇ ਉਹ ਅਰੈਸਟ ਨਹੀਂ ਹੋਇਆ ਉਸ ਚੀਜ਼ ਦੇ ਵਿੱਚ ਜਾਂ ਕਿਸੇ ਤਰੀਕੇ ਨਾਲ ਉਹ ਭੱਜ ਗਿਆ, ਉਹਨੂੰ ਕਿਤੋਂ ਇਨਫੋਰਮੇਸ਼ਨ ਮਿਲ ਗਈ, ਉਹਦਾ ਸਾਨੂੰ ਕੀ ਫਰਕ ਪੈਂਦਾ? ਵਿਰਕ ਸਾਹਿਬ, ਤੁਸੀਂ ਤਾਂ ਲਗਾਤਾਰ ਇਸ ਕੇਸ ਨਾਲ ਬਣੇ ਹੋਏ ਹੋ ਨਾ, ਕਿਉਂਕਿ ਤੁਸੀਂ ਮੁਲਤਾਨੀ ਵਾਲਾ ਕੇਸ ਦੇਖ ਰਹੇ ਹੋ ਜਾਂ ਹੋਰ ਸੈਣੀ ਨਾਲ ਜੁੜੇ ਜਿਹੜੇ ਸੈਣੀ ਤੇ ਇਲਜ਼ਾਮ ਲਾਉਂਦੇ ਨੇ ਲੋਕ, ਉਹ ਵੀ ਤੁਹਾਡੇ ਕੋਲ ਪਹੁੰਚ ਕਰਦੇ ਨੇ। ਪਰ ਇਹ ਮੈਂ ਕਾਨੂੰਨੀ ਤੌਰ ਦੇ ਉੱਤੇ ਥੋੜਾ ਜਾਣਨਾ ਚਾਹੁੰਦਾ ਕਿ ਕੁਝ ਨਾ ਕੁਝ ਪੱਖ ਤੁਹਾਡੇ ਕੋਲ ਵੀ ਪਹੁੰਚਦੇ ਹੋਣੇ ਕਿ ਸੈਣੀ ਦੀ ਆਖਿਰਕਾਰ ਕੀ ਕੋਈ ਸਰਕਾਰੀ ਦਰਬਾਰੇ ਕੋਈ ਮਦਦ ਕਰ ਰਿਹਾ ਜਾਂ ਪੁਲਿਸ ਫੋਰਸ ਦੇ ਅੰਦਰੋਂ ਕਿਤੋਂ ਮਦਦ ਹੋ ਰਹੀ ਹੈ ਜਾਂ ਫਿਰ ਉੱਪਰੋਂ ਜਿਵੇਂ ਕਹਿੰਦੇ ਨੇ ਕਿ ਦਿੱਲੀ ਤੱਕ ਸੈਣੀ ਦੀਆਂ ਤਾਰਾਂ ਜੁੜੀਆਂ, ਕੋਈ ਉੱਥੋਂ ਕੋਈ ਇਸ ਤਰ੍ਹਾਂ ਦੀ ਮਦਦ? ਕਿਉਂਕਿ ਮਾੜੀ ਮੋਟੀ ਖਬਰ ਤਾਂ ਨਿਕਲ ਕੇ ਸਾਹਮਣੇ ਆਉਂਦੀ ਰਹਿੰਦੀ ਹੈ, ਜਾਂ ਕਹਿ ਲਓ ਕਿ ਇੱਕ ਸ਼ੱਕ ਦਾ ਬਿਨਾਂ ਹੁੰਦਾ ਕਿ ਸ਼ਾਇਦ ਇੱਧਰੋਂ ਉੱਧਰੋਂ ਕੋਈ ਨਾ ਕੋਈ ਤਾਂ ਹੈ। ਵੇਖੋ, ਦਿੱਲੀੋਂ ਤਾਂ ਸੈਣੀ ਦੀ ਕੋਈ ਮਦਦ ਕਰ ਨਹੀਂ ਰਿਹਾ। ਰਹੀ ਗੱਲ ਜੇ ਸੈਣੀ ਦੀ ਮਦਦ ਹੀ ਕਰਨੀ ਹੁੰਦੀ ਤਾਂ ਸਰਕਾਰ FIR ਰਜਿਸਟਰ ਹੀ ਕਿਉਂ ਕਰਦੀ? ਵੇਖੋ, ਇੱਕ ਨਵਾਂ ਪਰਚਾ ਨਿਮਰਤ ਵਾਲੇ ਕੇਸ ਦੇ ਵਿੱਚ ਦੇਣਾ, ਡਿਸਪ੍ਰੋਪੋਰਸ਼ਨੇਟ ਐਸੈਟਸ ਦਾ ਦੇਣਾ, ਇਸ ਕੇਸ ਦਾ ਤਾਂ ਕਿਸੇ ਪੋਲੀਟੀਕਲ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਨਾ। ਇਹਦਾ ਮਤਲਬ ਤਫਤੀਸ਼ ਤਾਂ ਰੂਟੀਨ ਦੇ ਵਿੱਚ ਚੱਲ ਰਹੀ ਸੀ ਜਦੋਂ ਆ ਚੀਜ਼ ਸਾਹਮਣੇ ਉਹਨਾਂ ਨੇ ਪਰਚਾ ਦੇਤਾ। ਹੁਣ ਭੱਜਣ ਬਾਰੇ ਜੇ ਕਿਸੇ ਨੂੰ ਇਨਫੋਰਮੇਸ਼ਨ ਦੇਤੀ ਕਿ ਤੇਰੇ ਰੇਡ ਪੈ ਰਹੀ ਹੈ ਔਰ ਉਹ ਭੱਜ ਗਿਆ ਜਾਂ ਰੇਡ ਗਲਤ ਟਾਈਮ ਤੇ ਮਾਰੀ ਗਈ, ਉਹ ਤਾਂ ਇਹਨਾਂ ਦਾ ਲੈਪਸ ਹੋ ਸਕਦਾ ਹੈ। ਲੇਕਿਨ ਫਿਰ ਮੈਂ ਉਸੇ ਗੱਲ ਤੇ ਆਉਣਾ, FIR ਹੀ ਫਿਰ ਕਿਉਂ ਰਜਿਸਟਰ ਕਰਦੀ ਸਰਕਾਰ? ਜੇ ਸਰਕਾਰ ਨੇ ਇਹੋ ਜਿਹਾ ਹੀ ਕਰਨਾ ਸੀ, ਉਹ ਤਾਂ ਬਿਨਾਂ ਕੀਤੇ ਵੀ ਚੁੱਪ ਬੈਠੇ ਰਹਿੰਦੇ। ਹੁਣ ਉਹਦੇ ਘਰੋਂ ਜੇ ਪ੍ਰਾਪਰਟੀਜ਼ ਦੇ ਕਾਗਜ਼ ਰਿਕਵਰ ਹੋਏ, ਜਿਵੇਂ ਅਖਬਾਰਾਂ 'ਚ ਆਇਆ, ਉਹਦੀਆਂ ਹੋਰ ਬੇਨਾਮੀ ਪ੍ਰਾਪਰਟੀਜ਼ ਤੇ ਦੂਜੀਆਂ ਪ੍ਰਾਪਰਟੀਜ਼ ਮੰਨ ਲਓ ਅੱਗੇ ਆ ਜਾਂਦੀਆਂ, ਇਹਦਾ ਮਤਲਬ ਤਫਤੀਸ਼ ਕਰਕੇ ਉਹ ਡਿਟੇਲਸ ਤਾਂ ਉਹਦੀਆਂ ਸਾਹਮਣੇ ਆ ਗਈਆਂ ਨਾ, ਜਿਹੜੀ ਲੋਕੀ ਗੱਲਾਂ ਕਰ ਰਹੇ ਸੀ ਜਿਸ ਚੀਜ਼ ਬਾਰੇ ਕਿ ਉਹਨੇ ਕਰਪਸ਼ਨ ਕੀਤੀ ਹੈ, ਪਰ ਉਹ ਡਾਕੂਮੈਂਟਰੀ ਐਵੀਡੈਂਸ ਕਦੇ ਸਾਹਮਣੇ ਨਹੀਂ ਆ ਰਹੀ ਸੀ। ਅੱਜ ਉਹ ਡਾਕੂਮੈਂਟਰੀ ਐਵੀਡੈਂਸ ਤਾਂ ਸਾਹਮਣੇ ਆਉਣ ਲੱਗ ਗਈ ਨਾ, ਸ਼ੁਰੂਆਤ ਤਾਂ ਹੋਗੀ। ਬਿਲਕੁਲ। ਵਿਰਕ ਸਾਹਿਬ, ਇਹ ਜਿਹੜਾ ਨਵਾਂ ਕੇਸ ਹੈ, ਥੋੜਾ ਇਹਦੇ ਬਾਰੇ ਦੱਸੋ, ਕਿਹੜੇ ਕੇਸ ਦੇ ਤਹਿਤ ਵਿਜੀਲੈਂਸ ਪਹੁੰਚੀ ਸੀ? ਇਹ ਜੀ ਉਹ ਕੇਸ ਹੈ ਜਿਹਦੇ ਵਿੱਚ ਇੱਕ ਨਿਮਰਤ ਨਾਂ ਦਾ ਪਬਲਿਕ ਸਰਵੈਂਟ ਹੈ, PWD ਦੇ ਵਿੱਚ XCN, ਉਹਦੀ ਕੇਸ ਦੀ ਤਫਤੀਸ਼ ਹੋ ਰਹੀ ਸੀ। ਕੇਸ ਦੇ ਵਿੱਚ ਕਿ ਉਹਦੇ ਡਿਸਪ੍ਰੋਪੋਰਸ਼ਨੇਟ ਐਸੈਟਸ ਜਿੱਥੇ ਉਹਦਾ ਨਾਂ ਆ ਰਿਹਾ ਸੀ, ਉਹ ਤਫਤੀਸ਼ ਕਰਦੇ ਹੋਏ ਇਹ ਸਾਹਮਣੇ ਆਇਆ ਕਿ ਜਿਹੜਾ ਉਹਦਾ ਘਰ ਸੀ, ਉਹਦੇ ਫਾਦਰ ਦੇ ਨਾਂ ਤੇ ਜਿਹੜਾ ਖਰੀਦਿਆ ਹੋਇਆ ਘਰ ਸੀ, ਉਸ ਘਰ ਦੇ ਵਿੱਚ ਉਹ ਪ੍ਰੋਸੀਡਸ ਆਫ ਕ੍ਰਾਈਮ ਕਹਿੰਦੇ ਆ ਇਹਨੂੰ,
ਉਹ ਪ੍ਰਾਪਰਟੀਆਂ ਨਿਮਰਤ ਦੀਆਂ ਜਦੋਂ ਪ੍ਰੋਸੀਡਸ ਆਫ ਕ੍ਰਾਈਮ ਬਣਾਉਣ ਲੱਗੇ ਤੇ ਉਸ ਘਰ ਦੇ ਵਿੱਚ ਸੁਮੇਧ ਸਿੰਘ ਸੈਣੀ ਰਹਿ ਰਿਹਾ ਸੀ। ਸੋ ਜਦੋਂ ਥਰਡ ਪਾਰਟੀ ਇੰਟਰਸਟ ਕ੍ਰੀਏਟ ਹੋ ਜਾਂਦਾ ਹੈ ਤੇ ਉਹ ਵੀ ਕੰਸੀਡਰ ਕੀਤਾ ਜਾਂਦਾ ਹੈ ਕਿ ਉੱਥੇ ਉਹ ਪ੍ਰਾਪਰਟੀ ਜਿਹੜੀ ਗਲਤ ਹੈ। ਹੁਣ ਮੰਨ ਲਓ ਮੈਂ ਤੁਹਾਡਾ ਘਰ ਕਿਰਾਏ ਤੇ ਲੈ ਲਾਂ ਔਰ ਤੁਹਾਡੀ ਕਿਤੇ ਚੀਜ਼ ਨੂੰ ਕੁਐਸਚਨ 'ਚ ਲਿਆਂਦਾ ਜਾਵੇ ਤੇ ਮੇਰਾ ਕੀ ਕਸੂਰ ਹੈ ਜੇ ਮੈਨੂੰ ਤੁਸੀਂ ਬੇਖਰ ਕਰਦੇ ਹੋ ਅਚਾਨਕ। ਉਹ ਤਫਤੀਸ਼ ਕਰਦੇ ਹੋਏ ਸੈਣੀ ਦਾ ਰੋਲ ਸਾਹਮਣੇ ਆਇਆ ਕਿ ਜੀ ਸੈਣੀ ਕਿਰਾਏ ਤੇ ਰਹਿ ਰਿਹਾ ਤੇ ਇਹਨੇ ਕਿੰਨੇ ਪੈਸੇ ਦਿੱਤੇ, ਕਦੋਂ ਦਿੱਤੇ, ਉਹਦਾ ਮਿਸਮੈਚ ਆਇਆ। ਉੱਥੋਂ ਸੈਣੀ ਦੀ ਕਰਪਸ਼ਨ ਬਾਹਰ ਆ ਗਈ ਕਿ ਕਿਸ ਤਰ੍ਹਾਂ ਸੈਣੀ ਉਸ ਬੰਦੇ ਇੱਕ ਕਰਪਸ਼ਨ ਦਾ ਜਿਹਦੇ ਤੇ ਐਲੀਗੇਸ਼ਨ ਲੱਗਿਆ ਹੋਇਆ ਉਸ ਬੰਦੇ ਦਾ ਘਰ ਕਿਰਾਏ ਤੇ ਲੈ ਕੇ ਰਹਿ ਰਿਹਾ ਹੈ ਔਰ ਉਹ ਕਿਰਾਇਆ ਹੈ ਜਾਂ ਉਹ ਘਰ ਸੈਣੀ ਨੇ ਖਰੀਦਿਆ ਹੋਇਆ, ਇਹਦੀ ਬੇਨਾਮੀ ਪ੍ਰਾਪਰਟੀ ਹੈ। ਉਸ ਚੀਜ਼ ਦੀ ਹੁਣ ਤਫਤੀਸ਼ ਚੱਲ ਰਹੀ ਹੈ ਬੇਸਿਕਲੀ। ਉਸ ਤਫਤੀਸ਼ ਦੇ ਦੌਰਾਨ ਹੋਰ ਚੀਜ਼ਾਂ ਬਾਹਰ ਆਉਣ ਲੱਗ ਗਈਆਂ, ਜਿਹੜੇ ਘਰੋਂ ਇਹਦੇ ਕਾਗਜ਼ ਮਿਲੇ ਆ ਜਾਂ ਬਾਕੀ ਚੀਜ਼ਾਂ ਲੱਗੀਆਂ। ਜੀ ਬਿਲਕੁਲ। ਵਿਕ ਸਾਹਿਬ, ਇੱਕ ਕੇਸ ਤੁਹਾਡੇ ਕੋਲ ਵੀ ਸੀਗਾ ਕੁਝ ਮਹੀਨੇ ਪਹਿਲਾਂ, ਮੇਰੇ ਖਿਆਲ 'ਚ ਤਕਰੀਬਨ ਸਾਲ ਕੁ ਦੇ ਕਰੀਬ ਸਮਾਂ ਹੋ ਗਿਆ ਹੋਣਾ। ਪਰਮਿੰਦਰ ਪਿੰਕੀ ਜਿਹੜੇ ਫਿਰੋਜ਼ਪੁਰ ਤੋਂ ਕਾਂਗਰਸ ਦੇ ਵਿਧਾਇਕ ਨੇ ਉਧਰਲੇ ਪਾਸਿਓਂ, ਉਹਨਾਂ ਦੇ ਨਾਲ ਜੁੜਿਆ ਸੀਗਾ। ਉਸ ਕੇਸ ਦਾ ਕੀ ਬਣਿਆ? ਉਹ ਕੇਸ ਪੈਂਡਿੰਗ ਹੈ ਜੀ ਹਾਈ ਕੋਰਟ ਦੇ ਵਿੱਚ। ਉਹ ਤਾਂ ਦੇਖੋ ਕੇਸ ਐਜ਼ ਅ ਲਾਇਰ ਸਾਡੇ ਕੋਲ ਆਉਂਦੇ ਹੀ ਰਹਿੰਦੇ ਆ, ਉਹਦੇ ਨਾਲ ਕੀ ਹੋਣਾ। ਉਹ ਤਾਂ ਕੇਸ ਜਿਹੜਾ ਆਇਆ ਉਹ ਕਿਸੇ ਦੇ ਖਿਲਾਫ ਫਾਈਲ ਕੀਤਾ ਕੋਰਟ ਦੇ ਵਿੱਚ, ਕੋਵਿਡ ਕਰਕੇ ਤਾਂ ਜਿਹੜੀ ਡੇਟਸ ਪੈ ਰਹੀਆਂ, ਇਨਵੈਸਟੀਗੇਸ਼ਨਸ ਚੱਲ ਰਹੀਆਂ, ਟ੍ਰਾਂਸਫਰ ਆਫ ਇਨਵੈਸਟੀਗੇਸ਼ਨ ਦੇ ਲਈ ਉਹ ਪਟੀਸ਼ਨ ਸੀ, ਉਹ ਹਾਈ ਕੋਰਟ ਪੈਂਡਿੰਗ ਹੈ ਜੀ ਮੈਟਰ। ਹਾਲੇ ਤੱਕ ਪੈਂਡਿੰਗ ਚੱਲ ਰਿਹਾ। ਉਹ ਸੁਮੇਧ ਸੈਣੀ ਦੇ ਖਿਲਾਫ ਸੀ ਉਹ ਸ਼ਾਇਦ ਕੇਸ? ਨਹੀਂ, ਉਹ ਸੁਮੇਧ ਸੈਣੀ ਦੇ ਖਿਲਾਫ ਨਹੀਂ ਸੀ, ਉਹ ਪਰਮਿੰਦਰ ਪਿੰਕੀ ਉਹਦੇ ਵਿੱਚ ਸੀ, ਸੁਮੇਧ ਸੈਣੀ ਦੇ ਖਿਲਾਫ ਨਹੀਂ ਸੀ। ਉਹਦੇ ਵਿੱਚ ਜ਼ਿਕਰ ਆਇਆ ਸੀ ਨਾ ਕਿ ਪਰਮਿੰਦਰ ਪਿੰਕੀ ਤੇ ਸੁਮੇਧ ਸੈਣੀ ਦੋਨੇ ਇੱਕ ਦੂਜੇ ਦੇ ਖਾਸ ਨੇ, ਮਿੱਤਰ ਨੇ। ਦੇਖੋ ਉਹ ਕੇਸ ਦੇ ਵਿੱਚ ਜ਼ਿਕਰ ਅੱਡ ਹੈ। ਉਹ ਤਾਂ ਮੈਨੂੰ ਇੰਟਰਵਿਊ ਦੇ ਵਿੱਚ ਇੱਕ ਪ੍ਰੈਸ ਵੱਲੋਂ ਸਵਾਲ ਪੁੱਛਿਆ ਗਿਆ ਸੀ, ਇੱਕ ਜਰਨਲਿਸਟ ਨੇ, ਉਹਨਾਂ ਨੇ ਮੈਨੂੰ ਆ ਸਵਾਲ ਪੁੱਛਿਆ ਸੀ, ਨੈਸ਼ਨਲ ਬੱਸ ਦੇ ਜਿਹੜੇ ਹੈਗੇ ਮਿਸਟਰ ਰਮਨੀਕ, ਉਹਨਾਂ ਨੇ ਕਿਹਾ ਸੀ ਕਿ ਤੁਸੀਂ ਆਹ ਕੇਸ ਕਰ ਰਹੇ ਹੋ ਤੇ ਪਰਮਿੰਦਰ ਪਿੰਕੀ ਕਾਂਗਰਸ ਗਵਰਨਮੈਂਟ ਇਹਨੂੰ ਬਚਾ ਰਹੀ ਹੈ। तो मेरा कहना सी कि जे कांग्रेस गवर्नमेंट मतलब जे सरकार बचा रही ਹੁੰਦੀ ਤੇ ਸਰਕਾਰ ਐਫਆਈਆਰ ਕਿਉਂ ਕਰਦੀ। ਤੇ ਉਹ ਕਹਿ ਰਹੇ ਸੀ ਕਿ ਆ ਦੇਖੋ ਕਿੰਨੀ ਦੋਸਤੀ ਹੈ ਦੋਵਾਂ ਦੇ ਵਿੱਚ, ਪਰਮਿੰਦਰ ਪਿੰਕੀ ਤੇ ਸੁਮੇਧ ਸੈਣੀ ਦੇ ਵਿੱਚ। ਉਹਦਾ ਪ੍ਰੂਫ ਉਹ ਲੈ ਕੇ ਆਏ ਸੀ ਜਿਹੜਾ ਉਹਨਾਂ ਨੇ ਮੈਨੂੰ ਪੁੱਟ ਕੀਤਾ ਕਿ ਜੀ ਆਹ ਦੱਸੋ ਇਹਨਾਂ ਦੇ ਕਿੰਨੀ ਕਲੋਜ਼ ਲਿੰਕ ਹੈ, ਕਿੰਨੀ ਕਲੋਜ਼ ਐਸੋਸੀਏਸ਼ਨ ਹੈ, ਕਿੰਨੀ ਪੁਰਾਣੀ ਦੋਸਤੀ ਹੈ। ਹਰ ਜਗ੍ਹਾ ਪਰਮਿੰਦਰ ਪਿੰਕੀ ਸੈਣੀ ਜਿੱਥੇ ਆਫੀਸ਼ੀਅਲ ਕੰਮਾਂ ਲਈ ਪੁਲਿਸ ਭੇਜਦਾ ਹੈ ਉੱਥੇ ਨਾਲ ਪਰਮਿੰਦਰ ਪਿੰਕੀ ਹੁੰਦਾ ਸੀ। ਔਰ ਇਹ ਗੱਲ ਅਸੈਂਬਲੀ ਦੇ ਵਿੱਚ ਵੀ ਰੇਜ਼ ਹੋਈ ਹੈ। ਉਹ ਮੁੱਦਾ ਉਹਨਾਂ ਨੇ ਮੈਨੂੰ, ਉਹ ਜਿਹੜੀ ਨਿਊਜ਼ ਕਟਿੰਗ ਸੀ ਜਿੱਥੇ ਸੁਖਬੀਰ ਬਾਦਲ ਨੇ ਵੀ ਓਪਨਲੀ ਕਿਹਾ ਸੀ ਕਿ ਸਾਰੇ ਕਾਂਗਰਸ ਐਮਐਲਏ ਸੈਣੀ ਦੇ ਖਿਲਾਫ ਬੋਲ ਸਕਦੇ, ਪਰਮਿੰਦਰ ਪਿੰਕੀ ਨਹੀਂ ਬੋਲ ਸਕਦਾ। ਔਰ ਪਰਮਿੰਦਰ ਪਿੰਕੀ ਨੇ ਕਿਹਾ ਸੀ ਕਿ ਮੇਰਾ ਭਰਾਵਾਂ ਵਰਗਾ ਪਿਆਰ ਹੈ। ਉਹ ਇਸ਼ੂ ਉਹ ਲੈ ਕੇ ਆਏ ਸੀ, ਉਹਨਾਂ ਨੇ ਮੈਨੂੰ ਆਹ ਕਾਗਜ਼ ਪੁੱਟ ਕੀਤੇ। ਮੈਂ ਕਿਹਾ ਜੀ ਹੋਊਗਾ, ਮੈਂ ਜਦੋਂ ਕੋਈ ਕੇਸ ਫਾਈਲ ਕਰਦਾ ਤੇ ਮੈਂ ਆ ਨਹੀਂ ਦੇਖਦਾ ਕਿ ਅਗਲਾ ਸੈਣੀ ਦਾ ਦੋਸਤ ਹੈ ਜਾਂ ਕੌਣ ਹੈ ਜਾਂ ਕੋਈ ਸਿਟਿੰਗ ਐਮਐਲਏ ਹੈ। ਮੈਂ ਆਪਣੀ ਡਿਊਟੀ ਕਰ ਰਿਹਾ। ਉਹ ਲਿੰਕ ਜੋ ਹੈ ਉਹ ਜਿੱਦਣ ਕੇਸ ਦੇ ਵਿੱਚ ਸਾਹਮਣੇ ਆਊਗਾ, ਸਾਡੇ ਰਾਹ ਕੱਟਣਗੇ ਉਹ ਆਪਾਂ ਉੱਥੇ ਕੋਟ ਕਰ ਦਿਆਂਗੇ ਬਿਹਾਈਂਡ ਦ ਸੀਨ। ਅਜੇ ਤੱਕ ਉਹਦੀ ਮੇਰੇ ਕੋਲ ਐਸ ਸੱਚ ਕੋਈ ਡਾਕੂਮੈਂਟਰੀ ਐਵੀਡੈਂਸ ਨਹੀਂ ਹੈ। ਬਿਲ ਸਾਹਿਬ, ਜਦੋਂ ਤੁਸੀਂ ਤਾਂ ਕਾਨੂੰਨੀ ਪ੍ਰਕਿਰਿਆ ਦੇ ਵਿੱਚ, ਥੋੜਾ ਇਸ ਗੱਲ ਨੂੰ ਸਮਝਾਓ ਕਿ ਸਬੂਤ ਸਾਰੇ ਨੇ, ਸਾਰੇ ਗਵਾਹ ਤੁਹਾਡੇ ਕੋਲ ਨੇ, ਤੁਸੀਂ ਸਾਰਾ ਕੁਝ ਅਦਾਲਤਾਂ ਦੇ ਵਿੱਚ ਲਾਇਆ ਹੋਇਆ, ਇਹਦੇ ਬਾਵਜੂਦ ਵੀ ਸੁਮੇਧ ਸੈਣੀ ਹਰ ਵਾਰ ਕਿਵੇਂ ਬਚ ਨਿਕਲਦੇ ਨੇ? ਕੋਈ ਤਾਂ ਤਾਕਤ ਹੋਏਗੀ ਨਾ ਜਿਹੜੀ ਸੁਮੇਧ ਸੈਣੀ ਨੂੰ ਬਚਾ ਰਹੀ ਹੈ। ਹੁਣ ਵੀ ਜਦੋਂ ਸੁਮੇਧ ਸੈਣੀ ਛਾਪਾ ਪਿਆ ਤਾਂ ਉਧਰੋਂ ਫੇਰ ਹਾਈ ਕੋਰਟ ਵੱਲੋਂ ਜੀ ਉਹਨਾਂ ਦੀ ਜ਼ਮਾਨਤ ਅਰਜ਼ੀ ਜਿਹੜੀ ਉਹ ਮਨਜ਼ੂਰ ਹੋ ਗਈ ਕਿ ਬਿਨਾਂ ਨੋਟਿਸ ਤੋਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ। ਦੇਖੋ ਇੱਥੇ ਫਰਕ ਹੈ, ਮਾਫ ਕਰਨਾ ਤੁਹਾਨੂੰ ਕੱਟ ਰਿਹਾ ਵਿੱਚ। ਇਹ ਸੈਣੀ ਦੀ ਜ਼ਮਾਨਤ ਜਿਹੜੀ ਮਨਜ਼ੂਰ ਹੋਈ ਹੈ ਉਹ ਕੋਟਕਪੂਰਾ ਫਾਇਰਿੰਗ ਕੇਸ 'ਚ ਹੋਈ ਹੈ, ਜਿਹਦਾ ਵਿਜੀਲੈਂਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਵਿਜੀਲੈਂਸ ਕੇਸ ਦੇ ਵਿੱਚ ਸੈਣੀ ਨੇ ਕੋਈ ਐਂਟੀਸਪੇਟਰੀ ਬੇਲ ਨਹੀਂ ਪਾਈ। ਸੈਣੀ ਦਾ ਜਿੱਥੇ ਤੱਕ ਸਵਾਲ ਆ ਰਿਹਾ ਹੈ, ਜੇ ਆਪਾਂ ਸਬੂਤਾਂ ਦੀ ਗੱਲ ਕਰੀਏ, ਮੈਨੂੰ ਦੱਸੋ ਸੀਬੀਆਈ ਕੇਸ ਦੇ ਵਿੱਚ ਜਿਹੜੇ ਗਵਾਹ ਪੇਸ਼ ਹੋ ਰਹੇ ਆ ਉਹ ਤਾਂ ਹੋ ਰਹੇ ਹੋਣੇ ਆ, ਉਹਨਾਂ ਚੋਂ ਕਈਆਂ ਨੂੰ ਸੈਣੀ ਨੇ ਹੋਸਟਾਈਲ ਕਰਾਇਆ। ਮੁਲਤਾਨੀ ਕੇਸ ਦੇ ਵਿੱਚ ਜਿੰਨਾ ਜ਼ੋਰ ਲਾ ਕੇ ਗਵਾਹ ਲਿਆ, ਹੋਰ ਮੈਨੂੰ ਦੱਸੋ ਕਿਹੜੇ ਲੋਕ ਅੱਗੇ ਆ ਗਏ। ਕਿੰਨੇ ਲੋਕਾਂ ਨੇ YouTube ਤੇ ਥੋੜਾ ਬੋਲਤਾ ਕਿ ਜੀ ਸੈਣੀ ਨੇ ਸਾਡੇ ਨਾਲ ਆ ਕੀਤਾ, ਉਹਨਾਂ ਚੋਂ ਕਿੰਨੇ ਕੋਰਟ ਆ ਗਏ ਕਿ ਜੀ ਸੈਣੀ ਨੇ ਆ ਕੀਤਾ ਸਾਡੇ ਨਾਲ। ਕਿੰਨੇ ਕੁ ਲੋਕਾਂ ਨੇ ਮੈਨੂੰ ਆ ਕੇ ਕਹਿਤਾ ਜੀ ਐਪਲੀਕੇਸ਼ਨ ਲਾ ਦਿਓ। ਕਿੰਨੇ ਕੁ ਲੋਕ ਇਸ ਕੇਸ 'ਚ ਗਵਾਹ ਬਣ ਗਏ। ਘਰ ਬੈਠ ਕੇ ਬੋਲਣਾ ਜਾਂ ਇੱਕ ਕਮੈਂਟ ਪਾ ਦੇਣਾ ਉੱਤੇ ਕਿਸੇ ਇੰਟਰਵਿਊ ਦੇ ਕਿ ਜੀ ਸੈਣੀ ਨੇ ਤਾਂ ਬੜੇ ਲੋਕ ਮਾਰੇ ਆ, ਉਹਦੇ ਨਾਲ ਸੈਣੀ ਦੇ ਮਾਰੇ ਦੇ ਉੱਤੇ ਕਾਰਵਾਈ ਕੋਰਟ ਨਹੀਂ ਕਰੂਗੀ। ਆਪਾਂ ਇੱਥੇ ਡਿਸਕਸ ਕਰ ਰਹੇ ਹਾਂ, ਮੈਂ ਜੇ ਕਹਿ ਦੇਣਾ ਜੀ ਸੈਣੀ ਨੇ 100 ਲੋਕ ਮਾਰੇ ਆ ਤੇ ਇਹਦਾ ਇਹ ਮਤਲਬ ਨਹੀਂ ਹੈ ਸੈਣੀ ਨੇ 100 ਲੋਕ ਮਾਰੇ ਆ ਇਨੋਸੈਂਟ। ਕੋਰਟ ਨੇ ਪੁੱਛਣਾ ਕੀ ਸਬੂਤ ਹੈ, ਕੌਣ ਲੋਕ ਹੈ, ਕੀ ਆਈਡੈਂਟੀਟੀ ਹੈ, ਕੀ ਪ੍ਰੂਫ ਹੈ, ਕਦੋਂ ਮਾਰੇ, ਕਿਸ ਤਰ੍ਹਾਂ ਡਾਕੂਮੈਂਟਸ ਕੀ ਤਿਆਰ ਹੋਏ, ਉਹ ਸਬੂਤ ਹੈ। ਉਹ ਸਬੂਤ ਕਿੱਥੇ ਹੈ? ਉਹ ਨਾ ਮੇਰੇ ਕੋਲ ਹੈ ਨਾ ਤੁਹਾਡੇ ਕੋਲ ਹੈ, ਨਾ ਕੋਈ ਉਹਨਾਂ ਕੇਸਾਂ 'ਚ ਅੱਗੇ ਆਉਂਦਾ ਹੈ। ਬਿਹਾਈਂਡ ਦ ਸੀਨ ਸਾਰੇ ਗੱਲ ਕਰ ਰਹੇ ਹੈ।
ਅੱਗੇ ਆਉਣ ਵਾਲੀ ਮੁਲਤਾਨੀ ਫੈਮਿਲੀ ਹੈ, ਭੁੱਲਰ ਫੈਮਿਲੀ ਦੇ ਮੈਂਬਰਸ ਨੇ, ਉਹਨਾਂ ਨੂੰ ਅਸੀਂ ਉਸ ਕੇਸ ਦੇ ਵਿੱਚ ਪੇਸ਼ ਕੀਤਾ। ਦੂਜੇ ਤਾਂ ਲੋਕ ਹੀ ਨਹੀਂ ਅੱਗੇ ਆ ਰਹੇ। ਜੋ ਲੋਕ ਅੱਗੇ ਆਏ ਹੁੰਦੇ ਹੁਣ ਤੱਕ ਸੈਣੀ ਦੇ ਖਿਲਾਫ ਚੀਜ਼ਾਂ ਖੋਲਤੀਆਂ ਹੁੰਦੀਆਂ। ਪਰ ਜਦੋਂ ਦੇਖੋ ਕੋਈ ਜੇ ਚਲੋ ਮੁਲਤਾਨੀ ਪਰਿਵਾਰ ਦੀ ਗੱਲ ਕਰ ਲਈਏ, ਸਾਰਾ ਕੁਝ ਉਹਨਾਂ ਨੇ ਅੱਗੇ ਲਿਆਤਾ, ਉਹ ਆਪ ਅੱਗੇ ਆ ਗਏ, ਸਭ ਕੁਝ ਹੋ ਗਿਆ। ਇੱਕ ਕੇਸ ਤਾਂ ਮਿਸਾਲੀ ਬਣ ਜੇ ਨਾ ਕੋਈ ਕਿ ਹਾਂਜੀ ਬਿਲकुल ਉਹ ਕੇਸ ਦੇ ਵਿੱਚ ਚਲਾਨ ਫਾਈਲ ਹੋ ਗਿਆ। ਦੇਖੋ ਉਸ ਕੇਸ ਦੇ ਵਿੱਚ ਚਲਾਨ ਫਾਈਲ ਹੋ ਗਿਆ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਕਿ ਜੀ ਅਸੀਂ ਚਲਾਨ ਟ੍ਰਾਂਸਲੇਟ ਕਰਕੇ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕਰ ਦਿਆਂਗੇ ਕੁਐਸ਼ਨ ਪਟੀਸ਼ਨ 'ਚ। ਹੁਣ ਉਸ ਕਰਕੇ ਟ੍ਰਾਇਲ ਕੋਰਟ ਨੂੰ ਐਡਜਰਨ ਕਰਨ ਦੀ ਡਾਇਰੈਕਸ਼ਨ ਦੇਤੀ ਪੰਜਾਬ ਸਰਕਾਰ ਦੀ ਮਰਜ਼ੀ ਨਾਲ। ਹੁਣ ਉਸ ਤੋਂ ਬਾਅਦ ਜੇ ਅੱਜ ਤੱਕ ਉਹ ਸਟੇ ਆਪਰੇਟ ਕਰ ਰਿਹਾ, ਕੋਵਿਡ ਕਰਕੇ ਉਹ ਕੇਸ ਲਿਸਟ ਨਹੀਂ ਹੋਇਆ ਸੁਪਰੀਮ ਕੋਰਟ ਦੇ ਵਿੱਚ, ਉਹਦੇ 'ਚ ਤਾਂ ਨਾ ਤੁਸੀਂ ਕੁਝ ਕਰ ਸਕਦੇ ਹੋ ਨਾ ਮੈਂ। ਉਹਦੇ ਵਿੱਚ ਵੀ ਤਫਤੀਸ਼ ਕਰਕੇ ਸੈਣੀ ਦੇ ਖਿਲਾਫ ਚਲਾਨ ਆ ਗਿਆ। ਹੁਣ ਆ ਕੋਵਿਡ ਦੀ ਸਿਚੁਏਸ਼ਨ ਇੱਕ ਇਹੋ ਜਿਹੀ ਅਜੀਬ ਸਿਚੁਏਸ਼ਨ ਹੈ ਜਿਹਦੇ ਵਿੱਚ ਕੋਰਟਸ ਦੀ ਫੰਕਸ਼ਨਿੰਗ ਨਾਰਮਲ ਨਹੀਂ ਰਹੀ। ਤੁਸੀਂ ਮੈਨੂੰ ਦੱਸੋ, ਆਪਾਂ ਵੀ ਤਾਂ ਵੀਸੀ ਤੇ ਇੰਟਰਵਿਊ ਕਰ ਰਹੇ ਹਾਂ, ਆਪਾਂ ਕਿਹੜਾ ਫਿਜ਼ੀਕਲ ਇੰਟਰਵਿਊ ਕੋਈ ਕਰ ਰਹੇ ਹਾਂ। ਉਸੇ ਤਰ੍ਹਾਂ ਇੱਥੇ ਫੰਕਸ਼ਨਿੰਗ ਦਾ ਫਰਕ ਪੈ ਗਿਆ ਕੋਰਟਸ ਦਾ, ਜਿਸ ਕਰਕੇ ਸੈਣੀ ਨੂੰ ਰਿਲੀਫ ਮਿਲਿਆ ਹੋਇਆ। ਅਦਰਵਾਈਜ਼ ਜਿਹੜੇ ਦੋ ਕੇਸ ਚੱਲ ਰਹੇ ਹਨ, ਸੀਬੀਆਈ ਕੇਸ ਦੇ ਵਿੱਚ ਜਿਹੜਾ ਦਿੱਲੀ ਚੱਲ ਰਿਹਾ, ਪ੍ਰੋਸੀਕਿਊਸ਼ਨ ਐਵੀਡੈਂਸ ਫੈਗ ਐਂਡ ਤੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਪੁਲਿਸ ਨੇ ਉੱਤੇ ਇੰਗਲਿਸ਼ ਦੇ ਵਿੱਚ ਕਰਕੇ ਦੇਣਾ ਸੀ ਕਿ ਪ੍ਰਾਇੋਰਟੀ ਬੇਸ ਦੇ ਉੱਤੇ ਇਹੋ ਜਿਹੇ ਕੇਸ ਨਹੀਂ ਜਾ ਸਕਦੇ ਹੁੰਦੇ ਕਿ ਇੰਨਾ ਪੁਰਾਣਾ ਕੇਸ ਹੁਣ ਤੱਕ ਸੋਲਵ ਨਹੀਂ ਹੋਇਆ, ਸਭ ਕੁਝ ਹੋਣ ਦੇ ਬਾਵਜੂਦ ਵੀ। ਇਹਦਾ ਪਰਚਾ ਹੀ 2020 ਚ ਹੋਇਆ ਹੈ, ਉਹ ਤਾਂ ਹੁਣ ਸਰਕਾਰ ਨੇ ਐਪਲੀਕੇਸ਼ਨ ਲਾਉਣੀ ਹੈ ਨਾ, ਉਹ ਤਾਂ ਗਵਰਨਮੈਂਟ ਨੇ ਕਰਨੀ ਹੈ। ਪਰਚਾ 2020 ਚ ਹੋਇਆ ਹੈ, ਸੋ ਇਸ ਕਰਕੇ ਗਵਰਨਮੈਂਟ ਕਿਉਂ ਕਹੂਗੀ ਜੀ 2020 ਦੇ ਪਰਚੇ ਨੂੰ ਤੁਸੀਂ ਆਊਟ ਆਫ ਟਰਨ ਲਓ। ਸਰਕਾਰ ਕਰ ਰਹੀ ਹੈ ਜੋ ਚੱਲਦਾ, ਔਰ ਸੁਪਰੀਮ ਕੋਰਟ ਇੱਕ ਸਾਡਾ ਕੇਸ ਨਹੀਂ ਹੈ, ਅਸੀਂ ਆਪਣਾ ਇੱਕ ਕੇਸ ਦੇਖ ਰਹੇ ਹਾਂ ਐਜ਼ ਅ ਲਾਇਰ। ਉੱਥੇ ਹਜ਼ਾਰਾਂ ਲਾਇਰ ਰੋਜ਼ ਪੇਸ਼ ਹੋ ਰਹੇ ਹੈ, ਆਲ ਓਵਰ ਇੰਡੀਆ ਕੇसेस ਸਾਰੇ ਸਾਈਟ ਹੋ ਰਹੇ ਹੈ। ਮਤਲਬ ਗਵਰਨਮੈਂਟ ਕਰ ਸਕਦੀ ਹੈ, ਸਰਕਾਰ ਪੰਜਾਬ ਸਰਕਾਰ ਚਾਹੇ ਤਾਂ ਇਹਨੂੰ ਪ੍ਰਾਇੋਰਟੀ ਬੇਸ ਤੇ ਲਿਆ ਸਕਦੀ ਹੈ। ਸਰਕਾਰ ਨੇ ਜਿੰਨਾ ਐਪਲੀਕੇਸ਼ਨ ਟ੍ਰਾਂਸਲੇਟ ਕਰਕੇ ਫਾਈਲ ਕਰਨਾ ਸੀ ਉਹ ਕਰਤਾ। ਹੁਣ ਉਸ ਤੋਂ ਅੱਗੇ ਤਾਂ ਕੋਰਟ ਨੇ ਟੇਕ ਅਪ ਕਰਨਾ ਹੈ ਨਾ। ਸਰਕਾਰ ਨੇ ਜੋ ਕਰਨਾ ਸੀ ਸਰਕਾਰ ਨੇ ਰੋਲ ਪਲੇ ਕਰਤਾ। ਹੁਣ ਅੱਗੇ ਚਲਾਨ ਜਾਂ ਫਰਦਰ ਇਨਵੈਸਟੀਗੇਸ਼ਨ ਉਹ ਤਾਂ ਚੱਲ ਹੀ ਰਹੀ ਹੈ। ਵੇਖੋ ਮੈਂ ਸਰਕਾਰ ਨੂੰ, ਛੋਟੀ ਜਿਹੀ ਗੱਲ ਹੈ, ਭਾਵੇਂ ਆਪਾਂ ਆਹ ਸੋਚ ਲਈਏ ਕਿ ਸਰਕਾਰ ਨੇ 302 ਸੈਕਸ਼ਨ ਨਹੀਂ ਐਡ ਕੀਤਾ FIR 'ਚ, ਜਾਂ ਅਸੀਂ ਆਹ ਸੋਚ ਲਈਏ ਕਿ ਸਰਕਾਰ ਨੇ FIR ਤਾਂ ਕੀਤੀ ਨਾ। ਮੈਂ ਆਹ ਕਹਿਣਾ ਜੇ ਸਰਕਾਰ FIR ਵੀ ਨਾ ਕਰਦੀ ਤੇ ਕੀ ਹੋਣਾ ਸੀ, ਸਾਡਾ ਹੋਰ ਲੰਬਾ ਪ੍ਰੋਸੀਜਰ ਸੀ। ਇੱਥੇ ਉਹਨਾਂ ਨੇ FIR ਤਾਂ ਕਰਤੀ ਨਾ, 302 ਤਾਂ ਕੋਰਟ ਨੇ ਵੀ ਐਡ ਕਰਤੀ। ਤੋ ਇਸ ਕਰਕੇ ਸਰਕਾਰ ਨੇ ਜੋ ਕਦਮ ਚੁੱਕੇ ਹੈ ਉਹਨਾਂ ਨੂੰ ਮੈਂ ਇਸ ਕਰਕੇ ਕ੍ਰਿਟਿਸਾਈਜ਼ ਨਹੀਂ ਕਰਦਾ ਕਿਉਂਕਿ ਗਵਰਨਮੈਂਟ ਨੇ ਚੁੱਕਿਆ, ਨਹੀਂ, ਇਹ ਗਵਰਨਮੈਂਟ ਦਾ ਕੰਮ ਸੀ, ਗਵਰਨਮੈਂਟ ਨੇ ਸ਼ੁਰੂਆਤ ਕਰਤੀ। ਹੁਣ ਸੈਣੀ ਭੱਜ ਗਿਆ, ਕਿਹਨੇ ਇਨਫੋਰਮੇਸ਼ਨ ਦੇਤੀ, ਮੇਰੇ ਲਈ ਉਹ ਇੰਪੋਰਟੈਂਟ ਨਹੀਂ ਹੈ। ਮੈਂ ਇਸ ਚੀਜ਼ ਨੂੰ ਅਹਿਮੀਅਤ ਦਿੰਦਾ ਕਿ ਸ਼ੁਕਰ ਹੈ ਸੈਣੀ ਦੀ ਕਰਪਸ਼ਨ ਤਾਂ ਬਾਹਰ ਆਈ। ਤੁਸੀਂ ਮੇਰੀ ਮੁਲਤਾਨੀ ਤੇ ਇੰਟਰਵਿਊ ਲਈ, ਤੁਸੀਂ ਕਹਿੰਦੇ ਸੈਣੀ ਦੀ ਕਰਪਸ਼ਨ ਤੇ ਲਈ। ਅੱਜ ਸੈਣੀ ਦੀ ਕਰਪਸ਼ਨ ਦਾ ਮੁੱਦਾ ਕਿਉਂ ਉੱਠਿਆ? ਕਿਉਂਕਿ ਆ ਪਰਚਾ ਹੋਇਆ, ਉਹਦੇ ਰੇਡ ਪਈ ਹੈ। ਤਾਂ ਮੈਂ ਸਰਕਾਰ ਨੂੰ ਕਿਵੇਂ ਉਸ ਚੀਜ਼ ਲਈ ਕ੍ਰਿਟਿਸਾਈਜ਼ ਕਰ ਸਕਦਾ ਜਿਹੜਾ ਇੱਕ ਚੰਗਾ ਕਦਮ ਸਰਕਾਰ ਨੇ ਕਿਸੇ ਹੋਰ ਕੇਸ ਦੀ ਤਫਤੀਸ਼ ਦੌਰਾਨ ਸਾਹਮਣੇ ਲਿਆਤਾ, ਜਿਹੜੀ ਸੱਚਾਈ ਸਾਨੂੰ ਪਤਾ ਸੀ ਪਰ ਅਸੀਂ ਓਪਨਲੀ ਨਹੀਂ ਬੋਲ ਪਾ ਰਹੇ ਸੀ ਕਿਉਂਕਿ ਸਾਡੇ ਕੋਲ ਪ੍ਰੂਫ ਨਹੀਂ ਸੀ। ਸੋ ਅੱਜ ਉਹ ਸਰਕਾਰ ਸਾਨੂੰ ਮਟੀਰੀਅਲ ਦੇਵੇ ਬੋਲਣ ਲਈ ਔਰ ਅਸੀਂ ਉਸੇ ਸਰਕਾਰ ਨੂੰ ਕ੍ਰਿਟਿਸਾਈਜ਼ ਕਰੀਏ, ਉਹ ਤਾਂ ਫਿਰ ਮੇਰੇ ਪਾਰਟ ਤੇ ਵੀ ਗਲਤ ਹੋਊਗਾ ਨਾ ਜੀ, ਅਨਐਥੀਕਲ ਹੋਊਗਾ। ਇਹ ਤਫਤੀਸ਼ ਤਾਂ ਸ਼ੁਰੂ ਹੋਈ, ਹੁਣ ਇਹ ਤਫਤੀਸ਼ ਸਿਰੇ ਚੜੇ, ਸਾਡੀ ਕੋਸ਼ਿਸ਼ ਹੋਊਗੀ ਕਿ ਮੁਕੰਮਲ ਹੋ ਜਾਏ ਤਫਤੀਸ਼। ਆ ਚੀਜ਼ ਹੈ ਜੀ, ਬਿਲਕੁਲ। ਇੱਕ ਮਿੰਟ ਸਾਹਿਬ ਇਹ ਦੱਸੋ ਕਿ ਇੱਕ ਮੁਲਜ਼ਮ ਜਿਹੜਾ ਹੁੰਦਾ ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਕਾਨੂੰਨੀ ਦਾਅ ਪੇਚ ਤੋਂ ਕਿੰਨੀ ਦੇਰ ਤੱਕ ਬਚਾ ਕੇ ਰੱਖ ਸਕਦਾ? ਕਿਉਂਕਿ ਹਰ ਹਰਬਾ ਜਿਹੜਾ ਸੁਮੇਧ ਸੈਣੀ ਵੱਲੋਂ ਵਰਤਿਆ ਜਾ ਰਿਹਾ, ਮੈਂ ਜਿਵੇਂ ਜ਼ਿਕਰ ਕੀਤਾ ਸੀ ਕਿ ਇੱਕ ਕੇਸ ਦੀ ਸੁਣਵਾਈ ਚੱਲ ਰਹੀ ਹੁੰਦੀ ਹੈ ਤੇ ਦੂਜੇ ਵਿੱਚ ਉਧਰਲੇ ਪਾਸੇ ਕਦੇ ਉਧਰੋਂ ਜ਼ਮਾਨਤ ਮਿਲ ਜਾਂਦੀ ਹੈ, ਕਦੇ ਉਧਰੋਂ ਪੁਲਿਸ ਜਿਹੜੀ ਆ ਉਹ ਸਿਰਫ ਦੇਖਦੀ ਰਹਿ ਜਾਂਦੀ ਹੈ ਕਿ ਹੁਣ ਅਸੀਂ ਹੱਥ ਜੇ ਮਲਦੀ ਰਹਿ ਜਾਂਦੀ ਹਰ ਵਾਰ। ਹੱਥ ਮਲਣ ਦੀ ਗੱਲ ਨਹੀਂ ਜੀ, ਉਹ ਤਾਂ ਹੁਣ ਮੰਨ ਲਓ ਕਿਸੇ ਨੇ AG ਆਫਿਸ ਦੇ ਉੱਤੇ ਕੋਈ ਐਲੀਗੇਸ਼ਨ ਲਾ ਰਿਹਾ, ਕੋਈ ਕਿਤੇ ਲਾ ਰਿਹਾ, ਹੁਣ ਉਹਨਾਂ ਨੇ ਜੇ ਹੈਲਪ ਕਿਸੇ ਨੇ ਕਰਤੀ, ਉਸ ਚੀਜ਼ ਦਾ ਮੈਨੂੰ ਆਈਡੀਆ ਨਹੀਂ, ਪਰ ਮੁਲਜ਼ਮ ਆਏ ਕਦੇ ਵੀ ਨਹੀਂ ਬਚ ਸਕਦੇ ਹੁੰਦੇ। ਹੁਣ ਸੈਣੀ ਦੀ ਜੇ ਟ੍ਰਾਇਲ ਚੱਲ ਰਹੀ ਸੀ, ਹੁਣ ਸੈਣੀ ਨੇ 94 ਦਾ ਕੇਸ ਲੈ ਲਓ, CBI ਕੋਲ ਗਿਆ, 2000 ਚਲਾਨ ਆਇਆ, 2004 ਦੇ ਵਿੱਚ ਉਹ ਕੇਸ CBI ਵਾਲਾ ਕੇਸ ਦਿੱਲੀ ਟ੍ਰਾਂਸਫਰ ਕੀਤਾ ਸੁਪਰੀਮ ਕੋਰਟ ਨੇ, ਜਨਵਰੀ 2007 ਦੇ ਵਿੱਚ ਇਹਦੇ ਖਿਲਾਫ ਚਾਰਜ ਫਰੇਮ ਹੋਇਆ। ਸੋ 13 ਸਾਲ ਦਾ ਟ੍ਰਾਇਲ ਸ਼ੁਰੂ ਹੋਣ ਨੂੰ ਲੱਗ ਗਏ। 2007 ਤੋਂ 2021 ਆ ਗਿਆ, ਅਜੇ ਤੱਕ ਟ੍ਰਾਇਲ ਕੰਕਲੂਡ, ਪ੍ਰੋਸੀਕਿਊਸ਼ਨ ਵਿਟਨੈਸ ਨਹੀਂ ਪੂਰੇ ਹੋਏ। ਸੋ ਇਹ ਨਹੀਂ ਹੈ ਕਿ ਦਾਅ ਪੇਚ ਤੋਂ ਬਚਣਾ, ਅਗਲਾ 100 ਤਰੀਕੇ ਯੂਜ਼ ਕਰਕੇ ਚੀਜ਼ਾਂ ਨੂੰ ਡਿਲੇ ਕਰਦਾ ਹੈ, ਪੋਸਟਪੋਨ ਕਰਦਾ ਹੈ, ਡੈਫਰ ਕਰਦਾ ਹੈ, ਗਵਾਹਾਂ ਨੂੰ ਅੱਗੇ ਆਉਣ ਤੋਂ ਰੋਕਦਾ ਹੈ। ਤੁਸੀਂ ਇਹ ਵੇਖੋ ਕਿ ਸ਼ਿਕੰਜਾ ਕੱਸ ਕੇ ਰੱਖ ਲਿਆ, ਉਹ ਨਿਕਲ ਨਹੀਂ ਸਕਿਆ, ਇਹ ਬਹੁਤ ਵੱਡੀ ਗੱਲ ਹੈ। ਹੁਣ ਤੁਸੀਂ ਮੈਨੂੰ ਦੱਸੋ, ਜਿੰਨੇ ਲੋਕ ਇਹ ਤੁਹਾਡੀ ਇੰਟਰਵਿਊ ਦੇਖਣਗੇ, ਜਿਹੜੇ ਤੁਸੀਂ ਮੇਰੀ ਅੱਜ ਇੰਟਰਵਿਊ ਲੈ ਰਹੇ ਹੋ ਦੇਖਣਗੇ, ਉਹਨਾਂ ਚੋਂ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਸੱਚਾਈ ਪਤਾ ਤੇ ਅੱਗੇ ਆਉਣ ਨੂੰ ਤਿਆਰ ਨੇ? ਕੋਈ ਵੀ ਨਹੀਂ। ਘਰ ਬੈਠ ਕੇ ਗੱਲਾਂ ਕੀਤਿਆਂ ਕਾਨੂੰਨ ਕਿਸੇ ਨੂੰ ਸਜ਼ਾ ਨਹੀਂ ਦੇਊਗਾ।
ਸਬੂਤ ਹੋਵੇ, ਲੋਕੀ ਅੱਗੇ ਆਉਣ, ਜ਼ਰੂਰ ਜਸਟਿਸ ਮਿਲੂਗੀ। ਉਹ ਤਾਂ ਜਦੋਂ ਕੋਈ ਦੀ ਗੱਲ ਕਰਦੇ ਆ ਕਿ ਕਿਸੇ ਨੇ ਜ਼ਮਾਨਤ ਲੈ ਲਈ, ਜਿਵੇਂ ਸੈਣੀ ਨੇ ਲੈ ਲਈ, ਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਹਫ਼ਤਾ ਪਹਿਲਾਂ ਨੋਟਿਸ ਦੇਣਾ ਪੈਣਾ, ਉਹਦੇ ਵਿੱਚ ਆਪਣਾ ਬਚਾਅ ਕਿੱਦਾਂ ਕਰ ਸਕਦਾ ਮੁਲਜ਼ਮ ਜਿਹੜਾ ਹੁੰਦਾ? ਉਹਦੇ ਵਿੱਚ ਤਾਂ ਐਂਟੀਸਪੇਟਰੀ ਬੇਲ ਉਹਨੂੰ ਫਾਈਲ ਕਰਨੀ ਪੈਣੀ ਹੈ, ਉਹਨੂੰ ਨੋਟਿਸ ਜਾਊਗਾ, ਉਹ ਫਿਰ ਫਰੈਸ਼ ਐਂਟੀਸਪੇਟਰੀ ਬੇਲ ਲਈ ਅਪਲਾਈ ਕਰੂਗਾ ਕਿ ਜੀ ਮੈਨੂੰ ਇਸ ਕੇਸ ਦੇ ਵਿੱਚ ਸਮਨ ਆਇਆ, ਮੈਨੂੰ ਐਪਰੀਹੈਂਸ਼ਨ ਹੈ ਕਿ ਅਰੈਸਟ ਕਰਨਗੇ, ਸੋ ਇਸ ਕਰਕੇ ਉਹਨੂੰ ਐਂਟੀਸਪੇਟਰੀ ਬੇਲ ਉਹ ਅਪਲਾਈ ਕਰੂਗਾ। ਅੱਛਾ ਵਿਰਕ ਸਾਹਿਬ, ਮੈਂ ਪੁੱਛ ਰਿਹਾ ਸੀ ਕਿ ਐਂਟੀਸਪੇਟਰੀ ਬੇਲ ਜਿਵੇਂ ਮੰਨ ਲਓ ਕਿ ਨੀਚੋਂ ਨਹੀਂ ਮਿਲੀ, ਫਿਰ ਤੁਸੀਂ ਕਹ ਰਹੇ ਹੋ ਹਾਈ ਕੋਰਟ ਚਲਾ ਗਿਆ, ਫਿਰ ਉਸ ਤੋਂ ਬਾਅਦ ਉੱਥੋਂ ਐਂਟੀਸਪੇਟਰੀ ਬੇਲ ਮਿਲ ਗਈ, ਮਤਲਬ ਕਿ ਗੱਲ ਤਾਂ ਉੱਥੇ ਹੀ ਆ ਗਈ ਨਾ ਕਿ ਪੁਲਿਸ ਕਿਸੇ ਵੀ ਹਾਲਤ ਦੇ ਵਿੱਚ, ਜਿਹੜਾ ਲੋਕ ਦੇਖਦੇ ਨੇ ਕਿ ਸ਼ਾਇਦ ਸੁਮੇਧ ਸੈਣੀ ਕਿਸੇ ਵੇਲੇ ਫੜਿਆ ਜਾਏਗਾ, ਉਹਨੂੰ ਸਲਾਖਾਂ ਪਿੱਛੇ ਘੱਲ ਦਿੱਤਾ ਜਾਏਗਾ। ਫਿਰ ਜਾਂ ਕਿਉਂ ਨਹੀਂ ਫੜਿਆ ਜਾਊਗਾ? ਦੇਖੋ, ਬੰਦਾ ਕੇਸ ਚੋਂ ਨਿਕਲਿਆ ਨਹੀਂ, ਨਵੇਂ ਕੇਸ ਅੱਗੇ ਆ ਰਹੇ ਹੈ, ਉਹਦੀ ਕਰਪਸ਼ਨ ਹਾਈਲਾਈਟ ਹੋ ਰਹੀ ਹੈ, ਉਹਦੇ ਕ੍ਰਾਈਮਸ ਹਾਈਲਾਈਟ ਹੋ ਰਹੇ ਹੈ, ਤੇ ਮੈਨੂੰ ਤਾਂ ਉਹ ਕਿਸੇ ਐਂਗਲ ਤੋਂ ਬਚਦਾ ਨਹੀਂ ਦਿਸ ਰਿਹਾ। ਆਪਾਂ ਕਿਉਂ ਇਹ ਸੋਚੀਏ ਜੀ ਫੜਿਆ ਨਹੀਂ ਗਿਆ? ਜਿਹੜੇ ਬੰਦੇ ਨੇ ਨਿਕਲ ਜਾਣਾ ਸੀ ਕੇਸ ਚੋਂ, ਅੱਜ ਉਹ ਫੜਿਆ ਜਾ ਰਿਹਾ ਹੈ, ਆਪਾਂ ਕਿਉਂ ਇਹ ਸੋਚ ਰਹੇ ਹਾਂ ਕਿ ਜੀ ਉਹ ਹੱਥੋਂ ਨਿਕਲ ਜਾਊਗਾ? ਨਹੀਂ, ਇਹ ਮੈਂ ਤੁਹਾਡੀ ਗੱਲ ਸਮਝ ਰਿਹਾ, ਕਿਉਂਕਿ ਸੈਣੀ ਪੱਖ ਇਹ ਕਹਿੰਦਾ ਕਿ ਇੱਕ ਪੋਲੀਟੀਕਲ ਵੈਂਡੇਟਾ, ਕਿ ਸਿਆਸੀ ਤੌਰ ਉਹ ਤੇ ਤਾਂ 2000 ਸੈਣੀ ਜੋ ਮਰਜ਼ੀ ਕਵੇ, ਸੈਣੀ ਤਾਂ ਇਹ ਵੀ ਕਹਿੰਦਾ ਬੜਾ ਇਮਾਨਦਾਰ ਹੈ, ਬੜਾ ਅਪਰਾਈਟ ਹੈ। ਸੈਣੀ ਦਾ ਕਹਿਣ ਨਾਲ ਕੀ ਹੁੰਦਾ? ਸੈਣੀ ਦੀ ਅਸਲੀਅਤ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ, ਦਰਸ਼ਕ ਵੀ ਸਾਰੇ ਜਾਣਦੇ ਆ। ਸੈਣੀ ਦੇ ਸੈਣੀ ਵਰਗਾ ਦਾਗਦਾਰ ਅਫਸਰ ਹੋਰ ਹੈ ਕਿਹੜਾ? ਮੈਨੂੰ ਦੱਸੋ। ਵਰਦੀ ਦੀ ਦੁਰਵਰਤੋਂ ਕਰਨ ਦੀ ਜੇ ਕੋਈ ਐਗਜ਼ਾਮਪਲ ਹਿਸਟਰੀ ਸਾਈਟ ਹੋਊਗੀ, ਉਹ ਸੈਣੀ ਤੇ ਇਹਦੇ ਚੇਲੇ ਹੋਣਗੇ। ਆਪਣੇ ਚੇਲਿਆਂ ਨੂੰ ਇਹਨੇ ਆਹੀ ਤਾਂ ਸਿਖਾਇਆ, ਹੋਰ ਕੀ ਹੈ? ਤੋ ਇਸ ਕਰਕੇ ਸੁਮੇਧ ਸਿੰਘ ਸੈਣੀ ਜੋ ਮਰਜ਼ੀ ਕਵੇ, ਇਹਦੇ ਚੋਂ ਬਚਦਾ ਉਹ ਨਹੀਂ ਆਏ, ਔਰ ਉਹਦੇ ਤੇ ਸ਼ਿਕੰਜਾ ਵੀ ਕੱਸਿਆ ਜਾ ਰਿਹਾ, ਲੀਗਲੀ ਚੀਜ਼ਾਂ ਚੱਲ ਵੀ ਰਹੀਆਂ। ਮੈਨੂੰ ਉਹਦੇ 'ਚ ਕੋਈ ਦੋ ਰਾਏ ਨਹੀਂ ਹੈ, ਕੋਈ ਡਾਊਟ ਨਹੀਂ ਹੈ ਕਿ ਸੈਣੀ ਬਚੂਗਾ ਜਾਂ ਨਹੀਂ ਬਚੂਗਾ। ਮੇਰੇ ਓਪੀਨੀਅਨ 'ਚ ਬਿਲਕੁਲ ਨਹੀਂ ਬਚੂਗਾ। ਹੌਲੀ ਹੌਲੀ ਤੇ ਸ਼ਿਕੰਜਾ ਵੀ ਕੱਸਿਆ ਜਾਊਗਾ, ਅਰੈਸਟ ਵੀ ਹੋਊਗਾ, ਇਹਨੂੰ ਕਨਵਿਕਸ਼ਨਸ ਵੀ ਹੋਣਗੀਆਂ। ਇਹ ਮੇਰਾ ਮੰਨਣਾ ਹੈ, ਮੇਰਾ ਫੇਥ ਹੈ ਰੱਬ ਦੇ ਉੱਤੇ ਵੀ, ਔਰ ਸਾਡੇ ਜੁਡੀਸ਼ੀਅਲ ਸਿਸਟਮ। ਸਭ ਤੋਂ ਵੱਧ ਤਾਂ ਰੱਬ ਤੇ ਫੇਥ ਜਦੋਂ ਤੁਸੀਂ ਰੱਖ ਲਿਆ, ਤੇ ਦੂਜਾ ਕੋਈ ਰਾਹ ਹੀ ਨਹੀਂ ਹੁੰਦਾ, ਕੋਈ ਸੋਚੀਦਾ ਹੀ ਨਹੀਂ। ਬਿਲਕੁਲ ਬਿਲਕੁਲ, ਰੱਬ ਤੇ ਫੇਥ ਵੀ ਹੈ, ਪਰ ਇੱਕ ਜਿਹੜਾ ਤੁਸੀਂ ਕਾਨੂੰਨੀ ਤੌਰ ਦੇ ਉੱਤੇ ਲੜਾਈ ਲੜ ਰਹੇ ਹੋ। ਮੇਰਾ ਆਖਰੀ ਸਵਾਲ ਇਹ ਆ ਕਿ ਜੀ 22 ਦੀ ਇਲੈਕਸ਼ਨ ਵੀ ਸਾਹਮਣੇ ਆ ਰਹੀਆਂ, ਕੁਝ ਜਿਵੇਂ ਪੋਲੀਟੀਕਲ ਵੈਂਡੇਟਾ ਕਹਿ ਦਿੱਤਾ ਜਾਂਦਾ ਕਿ ਉਹਦੇ ਤਹਿਤ, ਕਿਉਂਕਿ ਕੈਪਟਨ ਸਾਹਿਬ ਦੇ ਨਾਲ ਵੀ ਸੁਮੇਧ ਸੈਣੀ ਦੀ ਜਿਹੜੀ ਆ ਉਹ ਇੱਕ ਘੁਟਾਲੇ ਦੇ ਮਾਮਲੇ ਦੇ ਵਿੱਚ ਸਰ ਕਾਫੀ ਇੱਕ ਜਿਹੜਾ ਛੋਟੀ ਜਿਹੀ ਗੱਲ ਦੱਸੋ, ਸੈਣੀ ਦੇ ਖਿਲਾਫ ਜੇ ਕੈਪਟਨ ਸਾਹਿਬ ਨੇ ਵੈਂਡੇਟਾ ਕਰਨਾ ਸੀ, ਸਪੋਜ਼ ਕਰੋ ਵੈਂਡੇਟਾ ਕਰਨਾ ਸੀ, ਉਦੋਂ ਨਹੀਂ ਚੁੱਕ ਸਕਦੇ ਸੀ? ਉਦੋਂ ਤਾਂ ਇਹ ਡਿਊਟੀ ਤੋਂ ਭੱਜ ਵੀ ਨਹੀਂ ਸਕਦਾ ਸੀ, ਖੁੱਡੇ ਲਾਈਨ ਲੱਗਿਆ ਹੋਇਆ ਸੀ। ਅਨਆਥੋਰਾਈਜ਼ਡ ਐਬਸੈਂਸ ਵੀ ਨਾਲ ਲਿਖੀ ਜਾਂਦੀ, ਡਿਸਪਲਿਨਰੀ ਪ੍ਰੋਸੀਡਿੰਗ ਵੀ ਸ਼ੁਰੂ ਹੋ ਜਾਂਦੀ। ਸੈਣੀ ਦੀ ਪੈਨਸ਼ਨ ਰੋਕਣ ਦੇ ਲਈ ਕੋਈ ਸਰਕਾਰ ਨੇ ਸਟੈਪ ਚੁੱਕਿਆ? ਨਹੀਂ ਚੁੱਕਿਆ। ਕੀ ਕੈਪਟਨ ਸਾਹਿਬ ਨੂੰ ਪਤਾ ਨਹੀਂ ਹੋਣਾ? ਬਿਲਕੁਲ ਪਤਾ ਹੋਣਾ। ਜੇ ਉਹਨਾਂ ਨੇ ਪਰਚੇ ਦੇਣੇ ਹੁੰਦੇ, ਹੁਣ ਤੱਕ ਲੜੀ ਲੱਗ ਗਈ ਹੁੰਦੀ। ਤੁਹਾਨੂੰ ਕੀ ਲੱਗ ਰਿਹਾ ਉਮਰਾ ਨੰਗਲ ਦੇ ਖਿਲਾਫ ਡਰੱਗਸ ਦਾ ਪਰਚਾ ਕਿਉਂ ਨਹੀਂ ਹੋਇਆ? ਸੈਣੀ ਦਾ ਕੋਈ ਰੋਲ ਨਹੀਂ ਹੋਣਾ? ਜੇ ਆ ਕਰਪਸ਼ਨ ਸੈਣੀ ਦੀ ਬਾਹਰ ਆ ਰਹੀ ਹੈ, ਤਾਂ ਕਰਪਸ਼ਨ ਹਵਾ 'ਚ ਤਾਂ ਹੋਈ ਨਹੀਂ ਹੋਣੀ। ਕਰਪਸ਼ਨ ਜਿਹੜੇ ਇਹਦੇ ਸੁਰਜੀਤ ਗਰੇਵਾਲ ਵਰਗੇ ਅੰਦਰ ਗਏ, ਜਿਨ੍ਹਾਂ ਦਾ ਇੰਨਾ ਪੈਸਾ ਨਿਕਲਿਆ, ਹੋਰ ਆਫਿਸਰਸ, ਉਹਨਾਂ ਤੋਂ ਇਹਦੀ ਕਰਪਸ਼ਨ ਹੋਈ ਹੈ ਨਾ। ਉਮਰਾ ਨੰਗਲ ਤੇ ਡਰੱਗਸ ਦਾ ਪਰਚਾ ਨਹੀਂ ਹੋਇਆ, ਰਾਜਾ ਕੰਡੋਲਾ ਦਾ ਨੇ ਉਮਰਾ ਨੰਗਲ ਦਾ ਨਾਂ ਲਿਆ, ਉਸ ਤੋਂ ਬਾਅਦ ਵੀ ਹੁਣ ਵੀ ਡਰੱਗਸ ਦੇ ਦੂਜੇ ਕੇਸ 'ਚ ਇਹਦਾ ਨਾਂ ਆਇਆ। ਇਹ ਕਿਉਂ ਆਇਆ? ਬਿਕੋਜ਼ ਆਬਵੀਅਸਲੀ ਉੱਤੇ ਤੱਕ ਪੈਸੇ ਦੇ ਰਿਹਾ ਹੋਣਾ ਸੈਣੀ ਵਰਗਿਆਂ ਨੂੰ, ਤਾਂ ਹੀ ਸੈਣੀ ਦੇ ਕਰਪਸ਼ਨ ਦੇ ਪੈਸੇ ਆ ਰਹੇ ਆ ਬਾਹਰ, ਹੋਰ ਕਿੱਥੋਂ ਆ ਰਹੇ ਆ? ਹੁਣ ਉਹ ਸੱਚਾਈ ਜੇ ਬਾਹਰ ਆ ਰਹੀ ਹੈ, ਮੈਨੂੰ ਨਹੀਂ ਪਤਾ ਉਹਨੂੰ ਕਿਹਨੇ ਦਿੱਤੇ ਆ ਪੈਸੇ, ਕਿਹਨੇ ਨਹੀਂ ਦਿੱਤੇ, ਪਰ ਡਿਗ ਆਊਟ ਤਾਂ ਸਰਕਾਰ ਹੀ ਕਰ ਰਹੀ ਹੈ ਨਾ, ਸਰਕਾਰ ਸਾਹਮਣੇ ਲਿਆਊਗੀ। ਤਾਂ ਇਸ ਕਰਕੇ ਜੇ ਸਰਕਾਰ ਨੇ ਵੈਂਡੇਟਾ ਕਰਨਾ ਹੁੰਦਾ, ਤੇ ਆਰਾਮ ਨਾਲ ਸਰਕਾਰ 2017 ਤੋਂ ਸ਼ੁਰੂ ਕਰਦੀ, ਇੰਨੀ ਦੇਰ ਵੇਟ ਨਾ ਕਰਦੀ, ਔਰ ਸੈਣੀ ਹੁਣ ਤੱਕ ਅੰਦਰ ਹੁੰਦਾ, ਇਹਦੀ ਸਿਕਿਉਰਿਟੀ ਵੀ ਵਿਡਰਾ ਹੋਈ ਹੋਣੀ ਸੀ, ਇਹਨੇ ਅੰਦਰ ਹੋਣਾ ਸੀ। ਬਿਲਕੁਲ ਜੀ, ਸ਼ੁਕਰੀਆ ਵਿਰਕ ਸਾਹਿਬ, ਧੰਨਵਾਦ, ਤੁਸੀਂ ਕਾਫੀ ਜਾਣਕਾਰੀ। ਸੋ ਮੇਰੇ ਸਾਹਿਬ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਗੇ ਵਕੀਲ ਐਡਵੋਕੇਟ ਪ੍ਰਦੀਪ ਸਿੰਘ ਵਿਰਕ, ਸੁਮੇਧ ਸੈਣੀ ਦੇ ਨਾਲ ਜੁੜੇ ਕੇਸਾਂ ਦੀ ਉਹਨਾਂ ਦੇ ਵਿੱਚ ਵਕੀਲ ਨੇ। ਮੁਲਤਾਨੀ ਕੇਸ ਆ, ਕਾਫੀ ਚਰਚਾ ਦੇ ਵਿੱਚ ਰਿਹਾ। ਹੁਣ ਸੁਮੇਧ ਸੈਣੀ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਪੁਲਿਸ ਪਰਚੇ ਤੇ ਪਰਚੇ ਹੋਰ ਵੀ ਪਹਿਲਾਂ ਵੀ ਹੋਏ, ਹੁਣ ਇੱਕ ਹੋਰ ਨਵਾਂ ਪਰਚਾ ਹੋਇਆ। ਅੱਗੋਂ ਕੀ ਬਣਦਾ ਉਸ ਉੱਤੇ ਨਜ਼ਰ ਰਹੇਗੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਜਾ ਸਕਦੇ ਹੋ। ਧੰਨਵਾਦ।